सत श्री अकाल जी। पंजाबी नैशनल टीवी देखने वाले सारे ਸਰੋਤਿਆਂ ਦਾ बहुत-बहुत स्वागत है। मैं पूजा संधू ਤੇ ਮੇਰੇ ਨਾਲ ਐਕਸਪਰਟ ਜੁੜ ਚੁੱਕੇ ਨੇ ਸੁਖ ਸੌਲ ਜੀ ਤੇ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਤੇ ਇਸ ਸੰਘਰਸ਼ ਦੇ ਵਿੱਚ ਸਾਨੂੰ ਬਹੁਤ ਕੁਝ ਦੇਖਣ ਨੂੰ ਮਿਲ ਰਿਹਾ ਤੇ ਬਹੁਤ ਕੁਝ ਸਿੱਖਣ ਨੂੰ ਵੀ ਮਿਲ ਰਿਹਾ ਤੇ ਇੱਥੇ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਹਨਾਂ ਤੇ ਨਜ਼ਰ ਤਾਂ ਸਾਡੀ ਬਣੀ ਹੋਈ ਹੈ ਤੇ ਅੱਜ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਵੇਰਵਾ ਜਿਹੜਾ ਆ ਉਹ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਡਿਸਕਸ ਕਰਾਂਗੇ ਤੇ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸ ਅੰਦੋਲਨ ਦੇ ਵਿੱਚ ਸਾਨੂੰ ਕੀ ਦੇਖਣ ਨੂੰ ਮਿਲਿਆ ਤੇ ਮੀਟਿੰਗ ਦੇ ਹੋਰ ਕਿਹੜੇ ਨਤੀਜੇ ਅੱਗੇ ਆ ਸਕਦੇ ਨੇ। ਸੋ ਮੇਰਾ ਜਿਹੜਾ ਹੁਣ ਅਗਲਾ ਸਵਾਲ ਹੈ ਇਹਨਾਂ ਵੱਲ ਹੋਏਗਾ। ਸਵਾਗਤ ਹੈ। ਪਹਿਲੀ ਗੱਲ ਤਾਂ ਇਹ ਹੈ ਤੇ ਸਤਿ ਸ਼੍ਰੀ ਅਕਾਲ। ਹੁਣ ਆਪਾਂ ਗੱਲ ਕਰਦੇ ਹਾਂ ਕਿ ਅੱਜ ਸਵੇਰ ਤੋਂ ਅਸੀਂ ਦੇਖ ਰਹੇ ਸੀ ਕਿਸਾਨੀ ਸੰਘਰਸ਼ ਜਿਹੜਾ ਆ ਪਿਛਲੇ ਕਾਫੀ ਸਮੇਂ ਤੋਂ ਚੱਲ ਰਿਹਾ ਹੈਗਾ ਤੇ ਕਿਵੇਂ ਦਾ ਲੱਗਿਆ ਤੇ ਅੱਜ ਦੀਆਂ ਗਤੀਵਿਧੀਆਂ ਤੇ ਅਸੀਂ ਜੇ ਨਜ਼ਰ ਮਾਰੀਏ ਤੇ ਕਿਹੜੀਆਂ ਗਤੀਵਿਧੀਆਂ ਤੁਸੀਂ ਆਬਜ਼ਰਵ ਕੀਤੀਆਂ ਨੇ ਤੇ ਕੀ ਕੁਝ ਖਾਸ ਰਿਹਾ ਅੱਜ? ਦੇਖੋ ਅੱਜ 22 ਦਿਨ ਹੋ ਗਏ ਨੇ। ਅੱਜ 22ਵਾਂ ਦਿਨ ਬੀਤ ਗਿਆ ਕਿ ਜਦੋਂ ਤੋਂ ਸ਼ੰਭੂ ਤੋਂ ਚੱਲੇ ਆ 26 ਤਾਰੀਖ ਤੋਂ ਅੱਜ 18 ਤਾਰੀਖ ਵੀ ਜਿਹੜੀ ਲੰਘ ਗਈ ਏ। 22 ਦਿਨ ਬੀਤਣ ਦੇ ਬਾਵਜੂਦ ਆਪਾਂ ਦੇਖ ਰਹੇ ਹਾਂ ਕਿ ਨਾ ਤਾਂ ਲੋਕਾਂ ਦਾ ਰਸ਼ ਘਟਿਆ ਇੱਥੇ, ਨਾ ਹੀ ਆਉਣਾ ਜਾਣਾ ਘਟਿਆ, ਨਾ ਹੀ ਜਿਹੜੀਆਂ ਗਤੀਵਿਧੀਆਂ ਨੇ ਉਹ ਠੰਡੀਆਂ ਪਈਆਂ ਨੇ। ਚਾਹੇ ਕਿਸਾਨਾਂ ਦੀ ਮੀਟਿੰਗ ਹੋਵੇ, ਕਿਸਾਨ ਆਗੂਆਂ ਦੀ, ਜਾਂ ਫਿਰ ਸਟੇਜ ਦੇ ਉੱਤੇ ਕਲਾਕਾਰਾਂ ਦਾ ਆਉਣ ਜਾਣ ਹੋਵੇ, ਜਾਂ ਫਿਰ ਵੱਖ-ਵੱਖ ਪਿੰਡਾਂ ਸ਼ਹਿਰਾਂ ਤੋਂ ਲੋਕਾਂ ਦਾ ਆਉਣ ਜਾਣ ਹੋਵੇ। ਸੋ ਅੱਜ ਵੀ ਲੱਗਿਆ ਰਿਹਾ। ਠੰਡ ਵੱਧ ਰਹੀ ਹੈ ਪਰ ਠੰਡ ਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਲੋਕਾਂ ਦੀ ਗਿਣਤੀ ਵੀ ਵੱਧ ਰਹੀ ਹੈ। ਠੰਡ ਦੇ ਵਧਣ ਦੇ ਨਾਲ ਇਸ ਅੰਦੋਲਨ ਦੇ ਉੱਤੇ ਜਾਂ ਫਿਰ ਕਹਿ ਲਓ ਕਿ ਜਿਹੜਾ ਇਕੱਠ ਇੱਥੇ ਉਹਦੇ 'ਤੇ ਕੋਈ ਵੀ ਅਸਰ ਨਹੀਂ ਪੈ ਰਿਹਾ। ਸੋ ਸਭ ਤੋਂ ਵੱਡੀ ਗੱਲ ਤਾਂ ਇਹ ਕਿ ਠੰਡ ਕਿਉਂਕਿ ਮੰਨਿਆ ਜਾ ਰਿਹਾ ਸੀ, ਸਰਕਾਰ ਦੇ ਵੀ ਇਹੀ ਇਰਾਦੇ ਸੀ ਕਿ ਠੰਡ ਵਧੇਗੀ ਤਾਂ ਹੋ ਸਕਦਾ ਕਿ ਲੋਕ ਘਟਣੇ ਸ਼ੁਰੂ ਹੋ ਜਾਣ, ਲੋਕ ਇੱਥੋਂ ਜਾਣੇ ਸ਼ੁਰੂ ਹੋ ਜਾਣ। ਪਰ ਆਪਾਂ ਦੇਖ ਰਹੇ ਹਾਂ ਕਿ ਹੁਣ ਤਾਂ ਲੋਕਾਂ ਨੇ ਪੱਕੇ ਟੈਂਟ ਕਰ ਲਏ ਨੇ, ਤਰਪਾਲਾਂ ਪਾ ਲਈਆਂ ਨੇ ਕਿ ਨਾ ਤਾਂ ਕੋਰਾ ਜਾ ਸਕਦਾ, ਨਾ ਮੀਂਹ ਪਵੇ ਤਾਂ ਉਹਦਾ ਕੋਈ ਅਸਰ ਪਵੇ, ਨਾ ਠੰਡੀਆਂ ਹਵਾਵਾਂ ਸੀਤ ਹਵਾਵਾਂ ਚੱਲ ਰਹੀਆਂ ਨੇ, ਨਾ ਉਹ ਅੰਦਰ ਜਾਣ ਦੇ ਲਈ ਹਰ ਤਰੀਕੇ ਦੇ ਨਾਲ ਹੁਣ ਬੰਦੋਬਸਤ ਲੋਕਾਂ ਨੇ ਖੁਦ ਕਰ ਲਏ ਨੇ। ਟਰਾਲੀਆਂ ਦੇ ਉੱਤੇ, ਤੰਬੂਆਂ ਦੇ ਵਿੱਚ ਵਾਟਰਪ੍ਰੂਫ ਜਿਹੜੇ ਟੈਂਟ ਨੇ ਉਹ ਹੁਣ ਲੱਗ ਚੁੱਕੇ ਨੇ। ਵੱਖ-ਵੱਖ ਅਸੀਂ ਦੇਖ ਰਹੇ ਹਾਂ ਕਿ ਹੁਣ ਤਿਆਰ ਹੋ ਰਹੇ ਨੇ, ਟੈਂਟ ਤਿਆਰ ਹੋ ਰਹੇ ਨੇ ਵਾਟਰਪ੍ਰੂਫ ਵੱਡੇ, ਜਿਹਦੇ ਵਿੱਚ ਸੈਂਕੜੇ ਲੋਕ ਰਹਿ ਸਕਦੇ ਨੇ। ਮੈਂ ਦੇਖਿਆ ਕਿ ਇੱਕ ਟੈਂਟ ਸਿਟੀ ਨਾਮ ਤੋਂ ਇਹਨਾਂ ਨੇ ਇੱਕ ਅਲੱਗ ਤੋਂ ਏਰੀਆ ਕ੍ਰੀਏਟ ਕਰ ਦਿੱਤਾ ਹੈ। ਜਿੱਦਾਂ ਤੁਸੀਂ ਗੱਲ ਕਰ ਰਹੇ ਸੀ ਟੈਂਟਸ ਦੀ, ਤੇ ਉਹਦੇ ਵਿੱਚ ਵਾਟਰਪ੍ਰੂਫ ਟੈਂਟਸ ਜਿਹੜੇ ਆ ਬਣਾਏ ਗਏ ਨੇ। ਪਹਿਲਾਂ ਘੱਟ ਗਿਣਤੀ ਦੇ ਵਿੱਚ ਸੀਗੇ, ਫਿਰ ਉਸ ਤੋਂ ਬਾਅਦ ਉਹਦੀ ਗਿਣਤੀ ਜਿਹੜੀ ਆ ਹੌਲੀ-ਹੌਲੀ ਵਧਾਈ ਜਾ ਰਹੀ ਹੈ। ਬਿਲਕੁਲ, ਕਿਉਂਕਿ ਜਿਸ ਤਰੀਕੇ ਦੇ ਨਾਲ ਹੁਣ ਮੌਸਮ ਬਦਲ ਰਿਹਾ ਹੈ, ਜਿਸ ਤਰੀਕੇ ਦੇ ਨਾਲ ਹੁਣ ਪੋਹ ਦਾ ਮਹੀਨਾ ਚੜਿਆ, ਅੱਗੇ ਠੰਡ ਵਧਣੀ ਹੈ ਤੇ ਸਾਰਿਆਂ ਨੂੰ ਹੁਣ ਪਹਿਲਾਂ ਇਹ ਸੀ ਕਿ ਸ਼ਾਇਦ ਹੋ ਸਕਦਾ ਕਿ 3-4 ਦਿਨ ਦਾ ਸੰਘਰਸ਼ ਹੋਵੇ, ਹਫ਼ਤੇ ਦਾ ਹੋਵੇ, 10 ਦਿਨਾਂ ਦਾ ਹੋਵੇ, ਪਰ ਹੁਣ ਸਾਰੇ ਲਗਭਗ ਤਕਰੀਬਨ ਇਹ ਮੰਨ ਚੁੱਕੇ ਨੇ ਕਿ ਗੱਲ ਲੰਬੀ ਜਾਣ ਵਾਲੀ ਹੈ, ਗੱਲ ਆਉਣ ਵਾਲੇ ਕਈ ਮਹੀਨਿਆਂ ਤੱਕ ਜਾ ਸਕਦੀ ਹੈ ਕਿਉਂਕਿ ਸਰਕਾਰ ਗੱਲਬਾਤ ਦਾ ਰਸਤਾ ਤੋੜ ਚੁੱਕੀ ਹੈ। ਮੰਤਰੀ ਇਹ ਕਹਿ ਰਹੇ ਨੇ ਕਿ ਅਸੀਂ ਹੁਣ ਬੁਲਾਉਣਾ ਨਹੀਂ ਕਿਸਾਨ ਆਗੂਆਂ ਨੂੰ ਮੀਟਿੰਗ ਕਰਨ ਦੇ ਲਈ, ਜੋ ਕਰੇਗੀ ਸੁਪਰੀਮ ਕੋਰਟ ਕਰੇਗੀ। ਸੋ ਉਸ ਨੂੰ ਦੇਖਦੇ ਹੀ ਹੁਣ ਜਿਹੜੇ ਪ੍ਰਬੰਧ ਨੇ ਉਹ ਕੀਤੇ ਜਾ ਰਹੇ ਨੇ ਕਿ ਪੱਕੇ ਟੈਂਟ ਲੱਗ ਰਹੇ ਨੇ। ਪਹਿਲਾਂ ਤੁਸੀਂ ਦੇਖਿਆ ਕਿ ਲੋਕਾਂ ਨੂੰ ਜਿੱਥੇ ਜਗ੍ਹਾ ਮਿਲਦੀ ਸੀ ਉਹ ਰਹਿ ਰਹੇ ਸੀ, ਉਹਨਾਂ ਨੂੰ ਲੱਗਦਾ ਸੀ ਕਿ ਥੋੜ੍ਹੇ ਦਿਨਾਂ ਨੂੰ ਵਾਪਸ ਮੁੜ ਜਾਣਗੇ, ਪਰ ਹੁਣ ਜਿਹੜੇ ਪ੍ਰਬੰਧ ਹੋ ਰਹੇ ਨੇ ਉਹ ਇਸ ਤਰੀਕੇ ਦੇ ਨਾਲ ਹੋ ਰਹੇ ਨੇ ਕਿ ਆਉਣ ਵਾਲੇ 2-3 ਮਹੀਨੇ ਵੀ ਜੇਕਰ ਸਾਨੂੰ ਰਹਿਣਾ ਪੈਂਦਾ, ਇਸ ਠੰਡ ਦੇ ਵਿੱਚ ਗੁਜ਼ਾਰਨੇ ਪੈਂਦੇ ਨੇ, ਤਾਂ ਅਸੀਂ ਕਿਸ ਤਰੀਕੇ ਦੇ ਨਾਲ ਗੁਜ਼ਾਰਨੇ ਨੇ। ਸੋ ਪ੍ਰਬੰਧ ਹੁਣ ਉਸ ਤਰੀਕੇ ਦੇ ਨਾਲ ਕੀਤੇ ਜਾ ਰਹੇ ਨੇ। ਚੰਗੀ ਗੱਲ ਹੈ ਕਿਉਂਕਿ ਅਸੀਂ ਦੇਖਿਆ ਕਿ ਬਹੁਤ ਸਾਰੇ ਲੋਕ ਪਰੇਸ਼ਾਨ ਸਨ, ਬਜ਼ੁਰਗਾਂ ਨੂੰ ਬਹੁਤ ਦਿੱਕਤ ਆ ਰਹੀ ਸੀ, ਕੁਝ ਮੌਤਾਂ ਵੀ ਜਿਹੜੀਆਂ ਨੇ ਠੰਡ ਦੀ ਵਜ੍ਹਾ ਦੇ ਨਾਲ ਹੋਈਆਂ, ਬੱਚੇ ਵੀ ਨੇ ਵੱਡੀ ਗਿਣਤੀ 'ਤੇ, ਖਾਸ ਤੌਰ ਦੇ ਉੱਤੇ ਬੀਬੀਆਂ ਵੀ ਨੇ, ਉਹਨਾਂ ਨੂੰ ਵੀ ਦਿੱਕਤ ਆ ਰਹੀ ਸੀ। ਹੁਣ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਬਾਥਰੂਮ ਦੀ ਬਹੁਤ ਦਿੱਕਤ ਸੀ। NRIs ਜਿਹੜੇ ਨੇ ਜਾਂ ਫਿਰ ਹੋਰ ਜਿਹੜੇ ਸਮਾਜ ਸੇਵੀ ਨੇ ਉਹਨਾਂ ਵੱਲੋਂ ਹੁਣ ਪੱਕੇ ਤੌਰ ਦੇ ਉੱਤੇ ਇੱਥੇ ਵਾਸ਼ਰੂਮ ਵੀ ਜਿਹੜੇ ਨੇ ਤਿਆਰ ਕੀਤੇ ਜਾ ਰਹੇ ਨੇ, ਜਿਹੜੇ ਬੀਬੀਆਂ ਦੇ ਲਈ ਵੱਖਰੇ ਬਣਾਏ ਜਾਣਗੇ, ਬਜ਼ੁਰਗਾਂ ਦੇ ਲਈ ਵੱਖਰੇ ਬਣਾਏ ਜਾਣਗੇ। ਸੋ ਇਸ ਤਰੀਕੇ ਦੀਆਂ ਵੀ ਤਿਆਰੀਆਂ ਹੋ ਰਹੀਆਂ ਨੇ ਕਿ ਕਿਸੇ ਵੀ ਤਰੀਕੇ ਦੀ ਜਿਹੜੀ ਦਿੱਕਤ ਹੈ ਉਹਨੂੰ ਜਲਦ ਤੋਂ ਜਲਦ ਜਿਹੜਾ ਦੂਰ ਕੀਤਾ ਜਾਵੇ। ਲੋਕ ਕਿਸੇ ਪਰੇਸ਼ਾਨੀ ਦੇ ਵਿੱਚ ਇੱਥੇ ਨਾ ਤਾਂ ਰਾਤ ਬਿਤਾਉਣ ਨਾ ਤਾਂ ਦਿਨ ਬਿਤਾਉਣ, ਹਰ ਇੱਕ ਤਰੀਕੇ ਦੀ ਸੁਵਿਧਾ ਜਿਹੜੀ ਉਹਨਾਂ ਨੂੰ ਜ਼ਰੂਰ ਦਿੱਤੀ ਜਾਵੇ। ਤੇ ਅਸੀਂ ਇਹ ਦੇਖ ਰਹੇ ਹਾਂ ਕਿ ਇਤਿਹਾਸ ਬਣ ਰਿਹਾ ਆ। ਸੋ ਮੈਨੂੰ ਲੱਗਦਾ ਕਿ ਜ਼ਿੰਦਗੀ ਦੇ ਵਿੱਚ ਐਡਾ ਵੱਡਾ ਇਕੱਠ ਅਸੀਂ ਕਦੇ ਵੀ ਨਹੀਂ ਦੇਖਿਆ ਹੈਗਾ ਅਤੇ ਜੇ ਅਸੀਂ ਇਤਿਹਾਸ ਪੜ੍ਹਦੇ ਵੀ ਹਾਂ, ਅਸੀਂ ਬਹੁਤ ਸਾਰੇ ਅੰਦੋਲਨਾਂ ਦੇ ਬਾਰੇ ਸੁਣਦੇ ਵੀ ਹਾਂ, ਪਰ ਗੱਲ ਇਹ ਹੁੰਦੀ ਹੈ ਕਿ ਇਸ ਅੰਦੋਲਨ ਦੀ ਜਿਹੜੀ ਖਾਸੀਅਤ ਹੈ ਉਹ ਵੱਖਰੀ ਹੀ ਦਿਖ ਰਹੀ ਹੈ। ਸਾਨੂੰ ਦੇਖ ਰਿਹਾ ਕਿ ਲੋਕੀ ਵੱਖਰੇ ਉਪਰਾਲੇ ਕਰ ਰਹੇ ਨੇ, ਲੋਕਾਂ ਨੂੰ ਜਿਹੜੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਨੇ। ਤੇ ਮੈਂ ਜਦੋਂ ਇੱਥੇ ਥੋੜਾ ਜਿਹਾ ਅੱਗੇ ਗਏ ਅਸੀਂ ਤੇ ਅਸੀਂ ਦੇਖਿਆ ਕਿ ਸਾਂਝੀ ਸੱਥ ਨਾਮ ਦੀ ਵੀ ਇੱਕ ਚੀਜ਼ ਬਣਾ ਦਿੱਤੀ ਆ ਕਿ ਜਿੱਥੇ ਨੌਜਵਾਨ, ਬਜ਼ੁਰਗ ਜਾਂ ਫਿਰ ਬੱਚੇ ਜਿਹੜੇ ਨੇ ਉਹ ਆ ਕੇ ਡਿਬੇਟਸ ਕਰ ਰਹੇ ਨੇ, ਆਪਸ ਦੇ ਵਿੱਚ ਸਲਾਹਾਂ ਕਰ ਰਹੇ ਨੇ ਤੇ ਅੱਜ ਤਾਂ ਅਖਬਾਰ ਵੀ ਚਲਾ ਦਿੱਤੀ।
ਬਿਲਕੁਲ ਉਹ ਬੜੀ ਵਧੀਆ ਤੇ ਅਨੋਖੀ ਗੱਲ ਸੀ ਜਦੋਂ ਅੱਜ ਸਾਰਿਆਂ ਦੇ ਕੋਲੋਂ ਅਖਬਾਰ ਪਹੁੰਚੀ, ਉਹ ਤਸਵੀਰਾਂ ਪਹੁੰਚੀਆਂ ਤਾਂ ਹਰ ਕੋਈ ਹੈਰਾਨ ਸੀ ਕਿ ਅਸੀਂ ਤਾਂ ਇੱਥੇ ਇੱਕ ਸੰਘਰਸ਼ ਦੇ ਲਈ ਆਏ ਸੀ, ਪਰ ਹੁਣ ਅਸੀਂ ਤਾਂ ਇੱਥੇ ਹਰ ਇੱਕ ਚੀਜ਼ ਮੁਹੱਈਆ ਕਰਵਾ ਲਈ। ਤੁਸੀਂ ਦੇਖੋ ਕਿ ਅਖਬਾਰ ਦੇ ਵਿੱਚ ਜਿਹੜੀਆਂ ਗਤੀਵਿਧੀਆਂ ਨੇ ਉਹ ਬੜਾ ਵੱਡਾ ਉਪਰਾਲਾ ਹੈ, ਕਿਉਂਕਿ ਹੋ ਸਕਦਾ ਹੈ ਕਿ ਬਹੁਤ ਸਾਰੀਆਂ ਗੱਲਾਂ ਜਿਹੜੇ ਪਿੱਛੇ ਲੋਕ ਬੈਠੇ ਨੇ 10-15 ਕਿਲੋਮੀਟਰ ਪਿੱਛੇ ਉਹਨਾਂ ਤੱਕ ਨਾ ਪਹੁੰਚਦੀਆਂ ਹੁਣ, ਪਰ ਅੱਜ ਜਿਵੇਂ ਅਖਬਾਰ ਹਰ ਇੱਕ ਟੈਂਟ ਦੇ ਵਿੱਚ ਪਹੁੰਚਾਈ ਗਈ, ਹਰ ਇੱਕ ਟਰਾਲੀ ਦੇ ਵਿੱਚ ਪਹੁੰਚਾਈ ਗਈ, ਬੜੀ ਵੱਡੀ ਗੱਲ ਸੀ। ਤੇ ਵੈਸੇ ਵੀ ਇਹ ਮਾਧਿਅਮ ਜਿਹੜਾ ਰਿਹਾ ਹੈ ਅਖਬਾਰਾਂ ਦਾ, ਤੁਸੀਂ ਦੇਖੋ ਆਜ਼ਾਦੀ ਦਾ ਜਦੋਂ ਅੰਦੋਲਨ ਚੱਲਦਾ ਸੀ ਤਾਂ ਉਦੋਂ ਵੀ ਗਦਰ ਅਖਬਾਰਾਂ ਚੱਲੀਆਂ, ਹੋਰ ਵੀ ਬਹੁਤ ਸਾਰੀਆਂ ਅਖਬਾਰਾਂ ਚੱਲੀਆਂ। ਉਹਦਾ ਮਕਸਦ ਸਿਰਫ ਇਹੀ ਹੁੰਦਾ ਸੀ ਕਿ ਜਿਹੜੇ ਲੋਕ ਜਿਨ੍ਹਾਂ ਲੋਕਾਂ ਤੱਕ ਕੋਈ ਜਾਣਕਾਰੀ ਨਹੀਂ ਪਹੁੰਚਦੀ, ਅਖਬਾਰ ਦੇ ਰਾਹੀਂ ਉਹ ਜਾਣਕਾਰੀ ਜਿਹੜੀ ਉਦੋਂ ਤੱਕ ਪਹੁੰਚਾਈ ਜਾਵੇ। ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਦੇਖਦੇ ਹਾਂ ਬਹੁਤ ਸਾਰੀਆਂ ਅਫਵਾਹਾਂ ਵੀ ਚੱਲ ਜਾਂਦੀਆਂ ਨੇ, ਬਹੁਤ ਸਾਰੀਆਂ ਕਈ ਗੱਲਾਂ ਅਜਿਹੀਆਂ ਹੁੰਦੀਆਂ ਨੇ ਜਿਹੜੀਆਂ ਸੱਚੀਆਂ ਨਹੀਂ ਹੁੰਦੀਆਂ। WhatsApp Facebook ਦੇ ਉੱਤੇ ਹੁਣ ਤਾਂ ਵੈਸੇ ਇੰਟਰਨੈਟ ਸਲੋ ਹੋ ਗਿਆ, ਸੋ ਅਖਬਾਰ ਇੱਕ ਅਜਿਹਾ ਮਾਧਿਅਮ ਹੈ ਮੈਨੂੰ ਲੱਗਦਾ ਹੈ ਕਿ ਜਿਸ ਦੀ ਇੱਥੇ ਜ਼ਰੂਰਤ ਸੀ ਪਰ ਸੋਚਿਆ ਨਹੀਂ ਸੀ ਕਿਸੇ ਨੇ। ਤੇ ਹੁਣ ਇਹਦੇ ਆਉਣ ਦੇ ਨਾਲ ਜਿਹੜੀਆਂ ਗਤੀਵਿਧੀਆਂ ਨੇ ਉਹ ਆਮ ਲੋਕਾਂ ਤੱਕ ਵੀ ਪਹੁੰਚਣੀਆਂ, ਇੱਕ ਤਾਂ ਆਪਣੀ ਭਾਸ਼ਾ 'ਚ ਪਹੁੰਚਣੀਆਂ। ਤੁਸੀਂ ਦੇਖੋ ਕਿ ਇਹਨਾਂ ਨੂੰ ਪਤਾ ਹੈ ਕਿ ਇੱਥੇ ਹਰਿਆਣੇ ਵਾਲੇ ਵੀ ਨੇ, ਇੱਥੇ ਯੂਪੀ ਵਾਲੇ ਵੀ ਨੇ, ਇੱਥੇ ਬਿਹਾਰ ਦੇ ਲੋਕ ਵੀ ਨੇ, ਤਾਂ ਹਿੰਦੀ ਦੇ ਵਿੱਚ ਵੀ ਜਿਹੜੇ ਪੰਜਾਬੀ ਦੇ ਪੰਨੇ ਨੇ ਤੇ ਪਿੱਛੇ ਤੁਸੀਂ ਉਹ ਅਖਬਾਰ ਖੋਲੋਗੇ ਤਾਂ ਹਿੰਦੀ ਦੇ ਵਿੱਚ ਵੀ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਅੰਦੋਲਨ ਕਿਸ ਤਰੀਕੇ ਦੇ ਨਾਲ ਚੱਲ ਰਿਹਾ। ਸੋ ਇਹ ਵੀ ਚੀਜ਼ ਦਾ ਧਿਆਨ ਰੱਖਿਆ ਜਾ ਰਿਹਾ, ਜੋ ਕਿ ਚੰਗੀ ਗੱਲ ਹੈ। ਬੜੇ ਲੇਖਕ ਜਿਹੜੇ ਨੇ, ਅਲੱਗ-ਅਲੱਗ ਲੇਖਕ ਨੇ, ਸੰਪਾਦਕ ਨੇ, ਉਹ ਆਪਣੇ ਜਿਹੜੇ ਵਿਚਾਰ ਨੇ ਇਸ ਕਿਤਾਬ ਦੇ ਵਿੱਚ, ਇਸ ਅਖਬਾਰ ਦੇ ਵਿੱਚ ਦੇ ਰਹੇ ਨੇ। ਸੋ ਕਿਤਾਬਾਂ ਦਾ ਵੀ ਅਸੀਂ ਦੇਖ ਰਹੇ ਵੀ ਕਿਤਾਬਾਂ ਦਾ ਲੰਗਰ ਵੀ ਜਗ੍ਹਾ ਜਗ੍ਹਾ ਲੱਗਿਆ, ਕਿਤਾਬ ਘਰ ਬਣਾ ਦਿੱਤੇ ਗਏ ਨੇ, ਸਿਟਿੰਗ ਵਾਸਤੇ ਚੰਗੀ ਏਰੀਆ ਦੇਖ ਕੇ, ਚੰਗੀ ਜਗ੍ਹਾ ਦੇਖ ਕੇ ਉੱਥੇ ਸਿਟਿੰਗ ਲਗਾਈ ਗਈ ਹੈ ਕਿ ਆਰਾਮ ਨਾਲ ਲੋਕੀ ਕਿਤਾਬ ਪੜ੍ਹ ਸਕਣ। ਬਿਲਕੁਲ, ਕਿਤਾਬਾਂ ਦਾ ਜਿਹੜਾ ਲੰਗਰ ਹੈ ਉਹ ਜਦੋਂ ਤੋਂ ਇੱਥੇ ਆਏ ਲੋਕ ਉਦੋਂ ਤੋਂ ਹੀ ਲੱਗਿਆ ਹੋਇਆ, ਅਗਲੇ ਦਿਨ ਤੋਂ ਹੀ ਸ਼ਾਇਦ ਸ਼ੁਰੂ ਹੋ ਗਿਆ ਸੀ। ਪਹਿਲਾਂ ਤਾਂ ਤਵੱਜੋ ਨਹੀਂ ਦਿੱਤੀ ਗਈ ਬਹੁਤੀ ਕਿਤਾਬਾਂ ਦੇ ਲੰਗਰ ਨੂੰ, ਪਰ ਹੁਣ ਜਦੋਂ ਇੰਟਰਨੈਟ ਦੀਆਂ ਸਪੀਡਾਂ ਘਟ ਗਈਆਂ ਨੇ, ਜਦੋਂ Facebook WhatsApp ਜਿਹੜੇ ਚੱਲਣੇ ਬੰਦ ਹੋ ਗਏ, ਤਾਂ ਅਸੀਂ ਦੇਖ ਰਹੇ ਹਾਂ ਕਿ ਨੌਜਵਾਨ ਲਗਾਤਾਰ ਉੱਥੇ ਜਾ ਰਹੇ ਨੇ, ਕਿਤਾਬਾਂ ਲੈ ਰਹੇ ਨੇ, ਕਿਉਂਕਿ ਰਾਤ ਨੂੰ ਪੜ੍ਹਨੀਆਂ ਹੁੰਦੀਆਂ ਨੇ, ਦੁਪਹਿਰੇ ਟਾਈਮ ਵੀ ਪਾਸ ਕਰਨਾ ਹੈ, ਕਿਉਂਕਿ ਸਾਰਾ ਦਿਨ ਤੁਸੀਂ ਸੇਵਾ ਕਰਦੇ ਹੋ ਤਾਂ ਤੁਹਾਨੂੰ ਆਪਣੇ ਆਪ ਦੇ ਲਈ ਵੀ ਕੁਝ ਸਮਾਂ ਚਾਹੀਦਾ ਹੁੰਦਾ, ਤੇ ਉਹ ਸਮਾਂ ਅਸੀਂ ਅਕਸਰ ਮੋਬਾਈਲਾਂ ਦੇ ਉੱਤੇ ਆਪਣਾ ਜਿਹੜਾ ਯੂਜ਼ ਕਰਦੇ ਹਾਂ। ਕਿਉਂਕਿ ਹੁਣ ਮੋਬਾਈਲ ਨਹੀਂ ਯੂਜ਼ ਕਰ ਸਕਦੇ ਤਾਂ ਫਿਰ ਕਿਤਾਬਾਂ ਇੱਕ ਵਧੀਆ ਜ਼ਰੀਆ ਨੇ ਕਿ ਕਿਤਾਬਾਂ ਇੱਕ ਤਾਂ ਚੰਗੀ ਸਾਨੂੰ ਸੇਧ ਵੀ ਦੇਣਗੀਆਂ। ਅਸੀਂ ਦੇਖ ਰਹੇ ਹਾਂ ਕਿ ਭਗਤ ਸਿੰਘ ਹੋਣਾ ਦੀਆਂ, ਕਰਤਾਰ ਸਿੰਘ ਸਰਾਭਾ ਹੋਣਾ ਦੀਆਂ, ਜਾਂ ਫਿਰ ਹੋਰ ਜਿਹੜੀਆਂ ਅਜਿਹੀਆਂ ਕਿਤਾਬਾਂ ਨੇ ਉਹਨਾਂ ਨੂੰ ਤਰਜੀਹ ਦੇ ਰਹੇ ਨੇ ਨੌਜਵਾਨ, ਜਾਂ ਫਿਰ ਹੋਰ ਵੀ ਜਿਹੜੇ ਲੋਕ ਪੜ੍ਹ ਰਹੇ ਨੇ। ਇੱਕ ਤਾਂ ਸਾਡੇ ਇਤਿਹਾਸ ਬਾਰੇ ਉਹ ਜਾਣੂ ਹੋ ਰਹੇ ਨੇ, ਜਾਂ ਫਿਰ ਜਿਹੜੀਆਂ ਗੱਲਾਂ ਅਸੀਂ ਵਿਸਾਰ ਚੁੱਕੇ ਸੀ ਉਹਨਾਂ ਗੱਲਾਂ ਨੂੰ ਪੜ੍ਹ ਰਹੇ ਨੇ, ਤੇ ਦੂਸਰਾ ਸਮਾਂ ਵੀ ਸਾਡਾ ਜਿਹੜਾ ਹੈ ਕਿਸੇ ਚੰਗੇ ਪਾਸੇ ਲੱਗ ਰਿਹਾ, ਕਿਸੇ ਚੰਗੇ ਲੇਖੇ ਲੱਗ ਰਿਹਾ। ਸੋ ਇਹ ਵੀ ਇੱਕ ਨਿਵੇਕਲੀ ਪਹਿਲ ਮੈਨੂੰ ਲੱਗਦਾ ਚਿੰਨ੍ਹ ਵੀ ਲੱਗੇਗੀ, ਕਿਉਂਕਿ ਜਿਹੜਾ ਬੰਦਾ ਇੱਕ ਵਾਰ ਕਿਤਾਬਾਂ ਪੜ੍ਹਨ ਦੀ ਆਦਤ ਪਾ ਲੈਂਦਾ ਫਿਰ ਉਹ ਆਦਤ ਉਸ ਦੀ ਲਗਾਤਾਰ ਜਾਰੀ ਰਹਿੰਦੀ ਹੈ। ਜੇਕਰ ਅੱਜ ਇੱਥੇ ਪੜ੍ਹ ਕੇ ਜਾਣਗੇ ਤਾਂ ਵਾਪਸ ਜਾ ਕੇ ਉਹ ਘਾਟ ਮਹਿਸੂਸ ਹੋਵੇਗੀ ਕਿ ਅਸੀਂ ਕਿਤਾਬਾਂ ਲੈ ਕੇ ਆਈਏ, ਕਿਤਾਬਾਂ ਖਰੀਦਣਗੇ, ਕਿਤਾਬਾਂ ਪੜ੍ਹਨਗੇ, ਤਾਂ ਉਹ ਇੱਕ ਚੰਗੀ ਕਹਿ ਸਕਦੇ ਹਾਂ ਕਿ ਜਿਹੜੀ ਰੀਤ ਹੈ ਉਹ ਵੀ ਸਾਡੇ ਨੌਜਵਾਨਾਂ 'ਚ ਸ਼ੁਰੂ ਹੋਵੇਗੀ। ਕਿਤਾਬਾਂ ਦੀ ਆਪਾਂ ਗੱਲ ਕਰ ਰਹੇ ਹਾਂ, ਮੈਂ ਕਈ ਜਗ੍ਹਾ ਤੇ ਦੇਖਿਆ ਕਿ ਕਿਤਾਬਾਂ ਦੇ ਲੰਗਰ ਲੱਗੇ ਹੋਏ ਨੇ, ਪੂਰੀ ਤਰ੍ਹਾਂ ਕਿਤਾਬਾਂ ਫ੍ਰੀ ਦਿੱਤੀਆਂ ਜਾ ਰਹੀਆਂ ਨੇ, ਤੇ ਮੈਂ ਕਿਤੇ ਕਿਤੇ ਇਹ ਵੀ ਦੇਖਿਆ ਕਿ ਕਿਤਾਬਾਂ ਜਿਹੜੀਆਂ ਨੇ ਉਹਨਾਂ ਦੇ ਕੋਈ ਪ੍ਰਾਈਸ ਫਿਕਸ ਕੀਤੇ ਗਏ ਆ, ਰੇਟ ਫਿਕਸ ਕਰ ਦਿੱਤੇ ਗਏ ਆ, ਤਾਂ ਕਿ ਜਿਹੜੇ ਆਮ ਲੋਕੀ ਨੇ ਨਾ ਕਿਤਾਬਾਂ ਲੈ ਜਾਂਦੇ ਨੇ। ਹੁਣ ਦੇਖੋ ਜਿਹਨੇ ਕਿਤਾਬ ਖਰੀਦਣੀ ਆ ਉਹ ਪੜ੍ਹਨ ਦਾ ਸ਼ੌਂਕੀ ਹੀ ਹੋਏਗਾ, ਨਹੀਂ ਤਾਂ ਜਿਹਨੂੰ ਪੜ੍ਹਨ ਦਾ ਸ਼ੌਂਕ ਨਹੀਂ ਆ ਨਾਰਮਲੀ ਕਿਤਾਬ ਨਹੀਂ ਖਰੀਦਦਾ। ਸੋ ਲੋਕਾਂ ਦਾ, ਕਈਆਂ ਦਾ ਇੱਥੇ ਇਹ ਮੰਨਣਾ ਆ, ਜਿਨ੍ਹਾਂ ਨੇ ਥੋੜੇ ਥੋੜੇ ਪੈਸੇ ਰੱਖੇ ਆ ਕਿਤਾਬ ਦੇ, ਉਹ ਇਹ ਗੱਲ ਕਰਦੇ ਨੇ ਕਿ ਅਸੀਂ ਜੇਕਰ ਥੋੜੇ ਪੈਸੇ ਰੱਖਾਂਗੇ ਨਾ ਤੇ ਕਿਤਾਬ ਉਹੀ ਖਰੀਦੇਗਾ ਜਿਹਨੂੰ ਪੜ੍ਹਨ ਦਾ ਸ਼ੌਂਕ ਆ, ਜਿਹੜਾ ਪੜ੍ਹਨਾ ਚਾਹੁੰਦਾ ਆ, ਨਹੀਂ ਤਾਂ ਜੇ ਅਸੀਂ ਫ੍ਰੀ 'ਚ ਕਈ ਲਗਾਉਂਦੇ ਨੇ ਉਹ ਵੇਸਟ ਕਰ ਦਿੰਦੇ ਆ। ਬਿਲਕੁਲ ਚੰਗੀ ਗੱਲ ਹੈ, ਕਿਉਂਕਿ ਭਾਵੇਂ 5 ਰੁਪਏ ਹੋਣ, ਭਾਵੇਂ 10 ਰੁਪਏ ਹੋਣ, ਉਹੀ ਬੰਦਾ ਖਰਚੇਗਾ ਜਿਹਨੇ ਪੜ੍ਹਨੀ ਹੈ। ਨਹੀਂ ਤਾਂ ਤੁਸੀਂ ਫ੍ਰੀ ਦੇ ਵਿੱਚ ਰੱਖੋਗੇ ਤਾਂ ਹਰ ਕੋਈ ਲੈ ਜਾਏਗਾ, ਫਿਰ ਉਹ ਕਿੱਥੇ ਸੁੱਟ ਦੇਵੇਗਾ, ਕੀ ਕਰੇਗਾ, ਕੁਝ ਪਤਾ ਨਹੀਂ। ਪਰ ਜਿਹੜਾ ਬੰਦਾ ਜੇਬ 'ਚੋਂ ਪੈਸੇ ਖਰਚ ਕੇ ਕੋਈ ਚੀਜ਼ ਲੈ ਕੇ ਗਿਆ, ਸਾਨੂੰ ਪਤਾ ਹੈ ਕਿ ਉਹ ਇਸ ਚੀਜ਼ ਨੂੰ ਵਰਤੇਗਾ, ਉਹ ਚਾਹੇ ਕਿਤਾਬ ਹੈ ਜਾਂ ਫਿਰ ਕੋਈ ਹੋਰ ਚੀਜ਼ ਹੈ। ਸੋ ਚੰਗਾ ਉਪਰਾਲਾ ਹੈ, ਕਿਤਾਬਾਂ ਦਾ ਉਪਰਾਲਾ ਜਿਹੜਾ ਹੈ ਚੰਗਾ ਉਪਰਾਲਾ ਹੈ। ਅਸੀਂ ਦੇਖ ਰਹੇ ਹਾਂ ਕਿ ਜਿਹੜੇ ਯੂਨੀਵਰਸਿਟੀ ਕਾਲਜਸ ਦੇ ਵਿੱਚ ਨੌਜਵਾਨ ਪੜ੍ਹਦੇ ਨੇ ਉਹਨਾਂ ਵੱਲੋਂ ਅਜਿਹੇ ਉਪਰਾਲੇ ਕੀਤੇ ਗਏ ਨੇ, ਉਹਨਾਂ ਵੱਲੋਂ ਜਗ੍ਹਾ ਜਗ੍ਹਾ ਦੇ ਉੱਤੇ ਸਟਾਲ ਲਗਾਏ ਗਏ ਨੇ, ਉਹ ਨੌਜਵਾਨਾਂ ਨੂੰ ਚੇਤਨ ਵੀ ਕਰ ਰਹੇ ਨੇ, ਇਸ ਸੰਘਰਸ਼ ਬਾਰੇ ਵੀ ਬੋਲ ਰਹੇ ਨੇ। ਹੁਣ ਅਖਬਾਰ ਵੀ ਉੱਥੇ ਮੁਹੱਈਆ ਹੋ ਗਈ ਹੈ, ਅਖਬਾਰ ਦੇ ਰਾਹੀਂ ਵੀ। ਸੋ ਅਖਬਾਰ ਨੂੰ ਵੀ ਇਸ ਤਰੀਕੇ ਦੇ ਨਾਲ ਬਣਾਇਆ ਗਿਆ ਕਿ ਤੁਸੀਂ ਆਪਣੇ ਮੋਬਾਈਲ ਫੋਨ ਦੇ ਵਿੱਚ ਵੀ ਉਹਨੂੰ ਪੜ੍ਹ ਸਕਦੇ ਹੋ, ਬਾਰਕੋਡ ਸਕੈਨ ਕਰਕੇ ਉਹ ਅਖਬਾਰ ਪੂਰਾ ਜਿਹੜਾ ਤੁਹਾਡੇ ਮੋਬਾਈਲ ਫੋਨ ਦੇ ਵਿੱਚ ਆ ਜਾਂਦਾ, ਤੁਸੀਂ ਅਖਬਾਰ ਨੂੰ ਮੋਬਾਈਲ ਫੋਨ ਦੇ ਵਿੱਚ ਵੀ ਪੜ੍ਹ ਸਕਦੇ ਹੋ। ਸੋ ਇਹ ਚੰਗੀਆਂ ਗੱਲਾਂ ਨੇ, ਨੌਜਵਾਨ ਜਿਹੜੀਆਂ ਇੱਥੇ ਸਿੱਖ ਰਹੇ ਨੇ, ਮੈਨੂੰ ਲੱਗਦਾ ਹੈ ਕਿ ਵਾਪਸ ਜਾਣਗੇ ਤੇ ਨਵੀਆਂ ਆਦਤਾਂ ਜਿਹੜੀਆਂ ਨੇ ਸਾਨੂੰ ਪੈਣਗੀਆਂ। ਇੱਕ
ਕੰਮ ਕਰਨ ਦੀ ਆਦਤ ਵੀ ਹੋ ਗਈ ਕਿ ਅਸੀਂ ਸਾਰਾ ਦਿਨ ਨੌਜਵਾਨਾਂ ਨੂੰ ਦੇਖਦੇ ਹਾਂ ਕੰਮ ਕਰਦੇ ਨੇ, ਦੂਸਰਾ ਆਲੇ ਦੁਆਲੇ ਨੂੰ ਸਾਫ਼ ਰੱਖਦੇ ਨੇ, ਤੀਸਰਾ ਕਿਤਾਬਾਂ ਪੜ੍ਹਨ ਦੀ ਗੱਲ ਹੋ ਗਈ, ਪੜ੍ਹਨ ਦੀ ਚੇਟਕ ਵੀ ਜਿਹੜੀ ਲੱਗੇਗੀ। ਤੇ ਇਹ ਵਧੀਆ ਗੱਲਾਂ ਨੇ ਜਿਹੜੀਆਂ ਇੱਥੋਂ ਲੈ ਕੇ ਜਾਵਾਂਗੇ। ਸੰਘਰਸ਼ ਆਪਣੀ ਥਾਂ ਦੇ ਉੱਤੇ, ਪਰ ਮੈਨੂੰ ਲੱਗਦਾ ਕਿ ਇਹ ਜਿਹੜੇ ਉਪਰਾਲੇ ਹੋ ਰਹੇ ਨੇ, ਚਾਹੇ ਉਹ ਕਿਤਾਬਾਂ ਪੜ੍ਹਨ ਨੂੰ ਲੈ ਕੇ ਜਾਂ ਫਿਰ ਹੋਰ ਜਿਹੜੀਆਂ ਚੰਗੀਆਂ ਗੱਲਾਂ ਹੋ ਰਹੀਆਂ ਨੇ ਨੌਜਵਾਨਾਂ ਨੂੰ ਕਿਸੇ ਚੰਗੇ ਪਾਸੇ ਲਾਉਣ ਦੇ ਲਈ, ਇਹ ਜਦੋਂ ਵਾਪਸ ਜਾਵਾਂਗੇ ਤਾਂ ਉਦੋਂ ਪਤਾ ਲੱਗੇਗਾ ਸਾਨੂੰ ਕਿ ਅਸੀਂ ਕਿੰਨੇ ਚੰਗੇ ਉੱਦਮ ਕਰਕੇ ਆਏ ਤੇ ਸੰਘਰਸ਼ ਸਾਡੇ ਕਿੰਨਾ ਕੰਮ ਆਇਆ। ਤੇ ਇਹ ਚੰਗੀ ਗੱਲ ਹੈ ਇੱਕ। ਤੇ ਮੈਂ ਇਹ ਵੀ ਚੀਜ਼ ਨੋਟ ਕਰ ਰਹੀ ਸੀਗੀ ਕਿ ਜਿੱਥੇ ਲੰਗਰ ਵੀ ਲੱਗ ਰਹੇ ਨੇ, ਬਹੁਤ ਸਾਰੇ ਜਿਹੜੇ ਲੋਕ ਨੇ ਕੁਝ ਨਾ ਕੁਝ ਲੈ ਕੇ ਆ ਰਹੇ ਨੇ, ਡੋਨੇਟ ਕਰ ਰਹੇ ਨੇ, ਸੇਵਾ ਕਰ ਰਹੇ ਨੇ, ਪਰ ਉੱਥੇ ਹੀ ਨਾਲ ਦੀ ਨਾਲ ਇਹ ਵੀ ਦੇਖਿਆ ਜਾ ਰਿਹਾ ਆ ਕਿ ਸ਼ਾਇਦ ਬਾਹਰਲੇ ਲੋਕਾਂ ਨੂੰ ਦੇਖ ਕੇ ਇਹ ਲੱਗਦਾ ਹੋਵੇਗਾ ਕਿ ਲੰਗਰ ਲੱਗ ਰਹੇ ਨੇ ਤੇ ਉੱਥੇ ਖਲਾਰਾ ਹੋਏਗਾ, ਬਹੁਤ ਜ਼ਿਆਦਾ ਗੰਦਗੀ ਹੋਵੇਗੀ। ਪਰ ਇੱਕ ਬੜੀ ਖੂਬਸੂਰਤ ਜਿਹੀਆਂ ਤਸਵੀਰਾਂ ਸਾਨੂੰ ਇੱਥੇ ਨਜ਼ਰ ਆਉਂਦੀਆਂ ਨੇ ਕਿ ਲੋਕੀ ਸਫਾਈ ਕਰ ਰਹੇ ਨੇ, ਨਾਲੋਂ ਨਾਲ ਉਸ ਜਿਹੜਾ ਕੂੜਾ ਕਰਕਟ ਹੈ ਉਹਨੂੰ ਸਾਈਡ ਤੇ ਲਗਾ ਰਹੇ ਨੇ ਜਾਂ ਫਿਰ ਉਸ ਨੂੰ ਪਰੇ ਜਾ ਕੇ ਸੁੱਟ ਦਿੰਦੇ। ਬਿਲਕੁਲ ਸਫਾਈ ਦਾ ਧਿਆਨ ਰੱਖਿਆ ਜਾ ਰਿਹਾ ਕਿਉਂਕਿ ਹੁਣ ਦੇਖੋ ਨਾ, ਜਿੱਥੇ ਲੰਗਰ ਬਣ ਰਿਹਾ ਇੱਥੇ ਹੀ ਰਾਤ ਨੂੰ ਗੱਦੇ ਵਿਛਾ ਕੇ ਸੌਣਾ ਵੀ ਹੈ, ਇੱਥੇ ਰਹਿਣਾ ਹੈ, ਮਤਲਬ ਇੱਕ ਘਰ ਦੀ ਤਰ੍ਹਾਂ ਹੈ। ਤੇ ਘਰ ਦੀ ਸਫਾਈ ਆਪਾਂ ਰੱਖਦੇ ਹਾਂ, ਸਾਨੂੰ ਆਦਤ ਹੁੰਦੀ ਹੈ ਕਿ ਸਾਡਾ ਆਲਾ ਦੁਆਲਾ ਜਿਹੜਾ ਹੈ ਸਾਫ਼ ਸੁਥਰਾ ਹੋਵੇ। ਸੋ ਇਹੀ ਨੌਜਵਾਨ ਕਰਦੇ ਨੇ ਕਿ ਸਾਰਾ ਦਿਨ ਲੰਗਰ ਚੱਲਦਾ ਰਹਿੰਦਾ ਹੈ ਤੇ ਰਾਤ ਨੂੰ ਜਦੋਂ ਸਮਾਪਤੀ ਹੁੰਦੀ ਹੈ ਫਿਰ ਬਿਲਕੁਲ ਸਾਫ਼ ਸਫਾਈ ਕਰਕੇ ਆਲਾ ਦੁਆਲਾ ਸਾਫ਼ ਕਰਕੇ ਉੱਥੇ ਹੀ ਆਪਣੇ ਸੌਣ ਦਾ ਪ੍ਰਬੰਧ ਕਰ ਲੈਂਦੇ ਨੇ। ਫਿਰ ਸਵੇਰੇ ਉਹੀ ਰੂਟੀਨ ਜਿਹੜੀ ਹੈ ਸ਼ੁਰੂ ਹੋ ਜਾਂਦੀ ਹੈ। ਮੈਂ ਉਹੀ ਗੱਲ ਕਰ ਰਿਹਾ ਕਿ ਚੰਗੀਆਂ ਗੱਲਾਂ ਨੇ ਜਿਹੜੀਆਂ ਸਾਨੂੰ ਦੇਖਣ ਨੂੰ ਮਿਲਦੀਆਂ, ਜਿਸ ਦੀ ਸ਼ਾਇਦ ਅਸੀਂ ਇੰਨੀ ਉਮੀਦ ਨਹੀਂ ਸੀ ਰੱਖੀ ਹੋਈ ਕਿ ਸਾਡੇ ਨੌਜਵਾਨ ਇਹ ਵਾਲੇ ਕੰਮ ਜਿਹੜੇ ਨੇ ਹੱਥੀਂ ਕਰਨਗੇ। ਗਰਾਊਂਡਾਂ ਬਣਾ ਦਿੱਤੀਆਂ ਗਈਆਂ, ਜਿਮ ਬਣਾ ਦਿੱਤੇ ਗਏ, ਜਗ੍ਹਾ ਜਗ੍ਹਾ ਵਾਸ਼ਿੰਗ ਮਸ਼ੀਨਾਂ ਦੇ ਵਿੱਚ ਕੱਪੜੇ ਧੋਤੇ ਜਾ ਰਹੇ ਨੇ। ਹੋਰ ਵੀ ਕਈ ਉਪਰਾਲੇ ਨੌਜਵਾਨ ਕਰ ਰਹੇ ਨੇ ਕਿ ਕਿਸੇ ਨੂੰ ਕਿਸੇ ਵੀ ਤਰੀਕੇ ਦੀ ਦਿੱਕਤ ਜਿਹੜੀ ਹੈ ਇੱਥੇ ਨਾ ਆਵੇ। ਸੋ ਇਹ ਚੰਗੀਆਂ ਗੱਲਾਂ ਨੇ। ਜੇਕਰ ਅਜਿਹਾ ਸਹਿਯੋਗ ਨਾ ਹੁੰਦਾ ਜਾਂ ਫਿਰ ਅਜਿਹੀ ਵਿਉਂਤਬੰਦੀ ਨਾ ਹੁੰਦੀ ਤਾਂ ਮੈਨੂੰ ਲੱਗਦਾ ਹੈ ਕਿ ਫਿਰ ਬਹੁਤ ਦਿੱਕਤਾਂ ਹੋਣੀਆਂ ਸਨ। ਪਰ ਹਰ ਇੱਕ ਜਿਹੜਾ ਵਿਅਕਤੀ ਇੱਥੇ ਪਹੁੰਚਿਆ ਹੋਇਆ ਉਹਨੇ ਆਪੋ ਆਪਣੀ ਰਿਸਪੌਂਸਿਬਿਲਿਟੀ ਸਮਝੀ, ਜ਼ਿੰਮੇਵਾਰੀ ਸਮਝੀ ਕਿ ਮੈਂ ਜਿੱਥੇ ਹੈਗਾ, ਮੈਂ ਜਿੱਥੇ ਰਹਿ ਰਿਹਾ, ਮੇਰਾ ਆਲਾ ਦੁਆਲਾ ਸਾਫ਼ ਹੋਵੇ ਤੇ ਮੇਰੇ ਕਰਕੇ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ, ਮੇਰੇ ਕਰਕੇ ਇਸ ਸੰਘਰਸ਼ ਨੂੰ ਕੋਈ ਢਾਹ ਨਾ ਲੱਗੇ। ਇਹ ਜ਼ਿੰਮੇਵਾਰੀਆਂ ਨੇ ਜਿਹੜੀਆਂ ਬਿਨਾਂ ਦੱਸੇ ਇਹ ਲੋਕ ਸਮਝ ਰਹੇ ਨੇ। ਤੇ ਇਹੀ ਵਜ੍ਹਾ ਹੈ ਕਿ ਇਹ ਸੰਘਰਸ਼ ਜਿਹੜਾ ਅੱਜ 22ਵੇਂ ਦਿਨ ਦੇ ਵਿੱਚ, ਹੁਣ ਕੱਲ੍ਹ ਨੂੰ 23ਵਾਂ ਦਿਨ ਸ਼ੁਰੂ ਹੋ ਜਾਵੇਗਾ, ਅਜੇ ਵੀ ਇਸ ਤਰੀਕੇ ਨਾਲ ਚੱਲ ਰਿਹਾ ਜਿਵੇਂ ਇੰਜ ਲੱਗ ਰਿਹਾ ਹੋਵੇ ਕਿ ਕੱਲ੍ਹ ਪਰਸੋਂ ਸ਼ੁਰੂ ਕੀਤਾ ਹੋਵੇ। ਕੋਈ ਮੈਨੂੰ ਲੱਗਦਾ ਕਿ ਮਿਸਮੈਨੇਜਮੈਂਟ ਸਾਨੂੰ ਇੱਥੇ ਦੇਖਣ ਨੂੰ ਮਿਲ ਰਹੀ। ਲੀਡਰਲੈਸ ਸੰਘਰਸ਼ ਚੱਲ ਰਿਹਾ। ਕੋਈ ਲੀਡਰ ਨਹੀਂ ਹੈ, ਕੋਈ ਆ ਕੇ ਕਹਿ ਨਹੀਂ ਰਿਹਾ ਕਿ ਤੁਸੀਂ ਝਾੜੂ ਲਾਓ, ਕੋਈ ਆ ਕੇ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਆਹ ਕੰਮ ਕਰੋ, ਆਹ ਨਾ ਕਰੋ, ਹੈ ਨਾ। ਤੇ ਆਪਣੀ ਜ਼ਿੰਮੇਵਾਰੀ ਆਪ ਲੋਕ ਸਮਝ ਰਹੇ ਨੇ। ਇਸ ਤੋਂ ਵੱਡੀ ਗੱਲ ਮੈਨੂੰ ਲੱਗਦਾ ਕੋਈ ਨਹੀਂ ਹੋ ਸਕਦੀ। ਜਿੱਦਾਂ ਤੁਸੀਂ ਕਿਹਾ ਕਿ ਆਪਣੀ ਜ਼ਿੰਮੇਵਾਰੀ ਖੁਦ ਲੋਕ ਸਮਝ ਰਹੇ ਨੇ, ਪਰ ਮੇਰਾ ਸਵਾਲ ਇੱਥੇ ਇਹ ਹੈ ਕਿ ਜੇਕਰ ਸਾਨੂੰ ਆਪਣੀ ਜ਼ਿੰਮੇਵਾਰੀ ਦਾ ਪਤਾ ਹੈ, ਜੇਕਰ ਸਾਨੂੰ ਆਪਣੇ ਹੱਕਾਂ ਦਾ ਪਤਾ ਹੈ, ਤੇ ਇਹ ਸੰਘਰਸ਼ ਸ਼ੁਰੂ ਹੋਣ ਤੋਂ ਪਹਿਲਾਂ ਕਿਉਂ ਨਹੀਂ ਯਾਦ ਆਇਆ? ਲੋਕਾਂ ਦੇ ਜਿਹੜੇ ਖਿਲਾਫ ਕਾਨੂੰਨ ਤਾਂ ਪਹਿਲਾਂ ਵੀ ਬਣਦੇ ਰਹੇ ਨੇ, ਪਰ ਆ ਜਿਹੜਾ ਅੰਦੋਲਨ ਹੋਇਆ ਆ, ਇਹ ਅੰਦੋਲਨ ਨੇ ਬਹੁਤ ਕੁਝ ਸਿਖਾ ਦਿੱਤਾ ਤੇ ਲੋਕਾਂ ਨੂੰ ਆਪਣੇ ਹੱਕਾਂ ਦੇ ਬਾਰੇ ਕਹਿ ਲਓ ਕਿ ਜਾਗਰੂਕਤਾ ਹੋ ਗਈ ਹੈ। ਤਾਂ ਸ਼ਾਇਦ ਇਸ ਅੰਦੋਲਨ ਨੂੰ ਬਹੁਤ ਵੱਡੇ ਲੈਵਲ ਤੇ ਦੇਖਿਆ ਜਾ ਰਿਹਾ। ਨਹੀਂ ਦੇਖੋ, ਪਹਿਲਾਂ ਐਡੇ ਵੱਡੇ ਲੈਵਲ ਦੇ ਉੱਤੇ ਕੋਈ ਹੱਕ ਖੋਹਣ ਦੀ ਗੱਲ ਨਹੀਂ ਹੋਈ, ਕੋਈ ਇਦਾਂ ਦੇ ਕਾਨੂੰਨ ਨਹੀਂ ਆਏ। ਧਾਰਾ 370 ਆਈ ਸੀ, ਕਸ਼ਮੀਰ ਦੇ ਲੋਕਾਂ ਨੇ ਵਿਰੋਧ ਕੀਤਾ ਸੀ ਤਾਂ ਉਹਨਾਂ ਨੂੰ ਅੰਦਰ ਡੱਕ ਦਿੱਤਾ ਗਿਆ, ਉਹਨਾਂ ਦੇ ਉੱਤੇ ਬਹੁਤ ਜ਼ਬਰ ਜ਼ੁਲਮ ਜਿਹੜੇ ਕੀਤੇ ਗਏ। ਤੇ ਸ਼ਾਇਦ ਸਰਕਾਰ ਨੂੰ ਇਹੀ ਉਮੀਦ ਸੀ ਕਿ ਪੰਜਾਬ ਦੇ ਵਾਲੇ ਵੀ ਇਦਾਂ ਹੀ 2 ਮਹੀਨੇ ਰੌਲਾ ਪਾਉਣਗੇ ਤਾਂ ਉਸ ਤੋਂ ਬਾਅਦ ਘਰਾਂ 'ਚ ਬਹਿ ਜਾਣਗੇ। ਐਡੇ ਵੱਡੇ ਅੰਦੋਲਨ ਦੀ ਉਮੀਦ ਨਹੀਂ ਸੀ ਸਰਕਾਰ ਨੂੰ। ਪੰਜਾਬ ਦੇ ਲੋਕ ਜਦੋਂ ਵੀ ਪੰਜਾਬ ਦੇ ਹੱਕਾਂ ਨੂੰ ਖੋਹਣ ਦੀ ਗੱਲ ਹੋਈ ਹੈ ਹਮੇਸ਼ਾ ਹੀ ਉੱਠਦੇ ਰਹੇ ਨੇ, ਨੌਜਵਾਨ ਵੀ ਉੱਠਦੇ ਰਹੇ ਨੇ। ਏਕਾ ਹਮੇਸ਼ਾ ਦਿਖਾਈ ਦਿੰਦਾ ਹੈ। ਪਿਛਲੇ 6 ਮਹੀਨਿਆਂ ਤੋਂ ਵਿਉਂਤਬੰਦੀ ਚੱਲ ਰਹੀ ਸੀ। ਜੂਨ ਮਹੀਨੇ ਤੋਂ ਲੈ ਕੇ ਤੁਸੀਂ ਦੇਖੋ ਕਿ ਨਵੰਬਰ ਮਹੀਨੇ ਤੱਕ ਸਿਰਫ ਲਾਮਬੰਦੀ ਹੋਈ ਕਿ ਲੋਕਾਂ ਨੂੰ ਇਕੱਠੇ ਕੀਤਾ ਜਾਵੇ, ਕੋਈ ਕਾਹਲੀ ਨਹੀਂ ਕੀਤੀ ਗਈ ਦਿੱਲੀ ਆਉਣ ਦੇ ਵਿੱਚ। ਫਿਰ 6 ਮਹੀਨਿਆਂ ਦੀ ਉਹ ਮਿਹਨਤ ਸੀ, ਜੂਨ ਮਹੀਨੇ ਤੋਂ ਲੈ ਕੇ ਨਵੰਬਰ ਮਹੀਨੇ ਤੱਕ, ਜਿਹੜੀ ਰੰਗ ਲਿਆਈ ਹੈ ਜਦੋਂ 26 ਤਰੀਕ ਨੂੰ ਇਹ ਲੋਕ ਪੰਜਾਬ ਤੋਂ ਚੱਲੇ ਨੇ। ਜੇ ਕਿਤੇ ਉਦੋਂ ਕਾਹਲ ਕੀਤੀ ਜਾਂਦੀ, ਮਹੀਨੇ ਬਾਅਦ ਜਾਂ 1.5 ਮਹੀਨੇ ਬਾਅਦ ਹੀ ਦਿੱਲੀ ਨੂੰ ਕੂਚ ਕਰਨ ਦੀ ਗੱਲ ਆਖੀ ਜਾਂਦੀ, ਤਾਂ ਹੋ ਸਕਦਾ ਸੀ ਐਡਾ ਵੱਡਾ ਇਕੱਠ ਨਾ ਹੁੰਦਾ। ਤੁਸੀਂ ਦੇਖਿਆ ਕਿ 6 ਮਹੀਨੇ ਹਰ ਸ਼ਹਿਰ, ਹਰ ਪਿੰਡ ਦੇ ਵਿੱਚ ਪ੍ਰੋਗਰਾਮ ਹੋਏ ਜਿਹਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂ ਜਾਂਦੇ ਰਹੇ, ਸਾਡੇ ਗਾਇਕ ਜਾਂਦੇ ਰਹੇ, ਲੱਖੇ ਸਿਧਾਣੇ ਹੋਣੀ ਜਾਂ ਫਿਰ ਹੋਰ ਦੀਪ ਸਿੱਧੂ ਹੋਣੀ, ਜਿਹੜੇ ਹੋਰ ਲੋਕ ਨੇ ਉਹ ਵੀ ਜਾਂਦੇ ਰਹੇ। ਲਾਮਬੰਦੀ ਕੀਤੀ ਗਈ, ਲੋਕਾਂ ਨੂੰ ਜਾਗਰੂਕ ਕੀਤਾ ਗਿਆ, ਲੋਕਾਂ ਨੂੰ ਇਹ ਦੱਸਿਆ ਗਿਆ ਕਿ ਕਾਨੂੰਨ ਕਿੰਨੇ ਘਾਤਕ ਨੇ ਸਾਡੇ ਲਈ। ਫਿਰ ਹੌਲੀ ਹੌਲੀ ਲੋਕਾਂ ਨੂੰ ਸਮਝ ਆਉਣ ਲੱਗਿਆ ਕਿ ਹਾਂ ਇਹ ਤਾਂ ਸਾਡੀ ਗੱਲ ਹੋ ਰਹੀ ਹੈ। ਪਹਿਲਾਂ ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਇਹ ਸਿਰਫ ਕਿਸਾਨਾਂ ਦੀ ਗੱਲ ਹੋ ਰਹੀ ਹੈ, ਹੁਣ ਉਹਨਾਂ ਨੂੰ ਲੱਗਣ ਲੱਗਾ ਕਿ ਇਹ ਸਾਡੀ ਗੱਲ ਹੋ ਰਹੀ ਹੈ। ਤੇ ਜਦੋਂ ਇਹ ਗੱਲ ਪੰਜਾਬ ਦੇ ਲੋਕਾਂ ਨੂੰ ਸਮਝ ਆਈ, ਫਿਰ ਕੋਈ ਕਿਸਾਨ ਕੀ, ਮਜ਼ਦੂਰ ਕੀ, ਟੀਚਰ ਕੀ, ਵਕੀਲ ਕੀ, ਹਰ ਪੇਸ਼ੇ ਦੇ ਲੋਕ ਤੁਸੀਂ ਦੇਖੋ ਕਿ ਇੱਥੇ ਪਹੁੰਚ ਰਹੇ ਨੇ, ਆਪਣਾ ਸਮਰਥਨ ਕਰ ਰਹੇ ਨੇ। ਇਹੀ ਵਜ੍ਹਾ ਹੈ ਕਿ ਅੰਦੋਲਨ
ਐਡਾ ਵੱਡਾ ਇਸ ਵੇਲੇ ਬਣਿਆ ਹੋਇਆ ਕਿ ਇਹਦੀ ਲਾਮਬੰਦੀ ਕੀਤੀ ਗਈ। ਕੋਈ ਕਾਹਲੀ ਨਹੀਂ ਕੀਤੀ ਗਈ ਦਿੱਲੀ ਆਉਣ 'ਚ। ਹਾਲੇ ਇੱਥੇ ਆ ਕੇ ਹੀ ਹੋਣਾ ਸੀ, ਹਾਲੇ ਇਹ ਸੰਘਰਸ਼ ਸੀ, ਪਰ ਉਹਦੇ ਲਈ 6 ਮਹੀਨੇ ਪਹਿਲਾਂ ਕਹਿ ਸਕਦੇ ਹਨ ਕਿ ਉਹ ਚੰਗੀ ਤਰ੍ਹਾਂ ਦੇ ਨਾਲ ਲੋਕਾਂ ਨੂੰ ਪੱਕਿਆਂ ਕੀਤਾ ਗਿਆ ਕਿ ਤੁਸੀਂ ਡੋਲੇ ਹੋਣਾ ਹੁਣ। ਤੇ ਜਦੋਂ ਉਹ ਲੋਕ ਪੱਕੇ ਹੋ ਗਏ ਫਿਰ ਇਹ ਫੈਸਲਾ ਲਿਆ ਗਿਆ ਕਿ ਦਿੱਲੀ ਨੂੰ ਜਾਣਾ ਹੈ। ਤੇ ਇਹ ਲੋਕ ਅੱਜ ਦਿੱਲੀ ਪਹੁੰਚੇ ਨੇ, ਪੂਰੇ ਪੱਕੇ ਤੌਰ ਦੇ ਉੱਤੇ ਪੱਕੇ ਪੈਰੀ ਆਏ ਨੇ। ਇਹਨਾਂ ਨੂੰ ਪਤਾ ਹੈ ਕਿ 3 ਮਹੀਨੇ ਲੱਗਣ, 6 ਮਹੀਨੇ ਲੱਗਣ, ਅਸੀਂ ਵਾਪਸ ਨਹੀਂ ਜਾਣਾ। ਸੋ ਇਹ ਲੋਕ ਇਹ ਧਾਰ ਕੇ ਆਏ ਨੇ ਕਿ ਹੁਣ ਜਿੱਤ ਕੇ ਜਾਵਾਂਗੇ ਜਾਂ ਫਿਰ ਕੁਰਬਾਨੀਆਂ ਦੇ ਕੇ ਜਾਵਾਂਗੇ। ਤੇ ਇਹਦੇ ਪਿੱਛੇ ਉਹ 6 ਮਹੀਨਿਆਂ ਦੀ ਲਾਮਬੰਦੀ ਹੈ ਜਿਹੜੀ ਕਿਸਾਨ ਜਥੇਬੰਦੀਆਂ ਵੱਲੋਂ ਜਾਂ ਫਿਰ ਹੋਰ ਜਿਹੜੇ ਲੋਕ ਸਨ ਉਹਨਾਂ ਵੱਲੋਂ ਪਿੰਡ ਸ਼ਹਿਰ ਜਾ ਕੇ ਕੀਤੀ ਗਈ ਸੀ। ਸੋ ਮੈਨੂੰ ਲੱਗਦਾ ਹੈ ਕਿ ਅੱਜ ਦਾ ਵੇਰਵਾ ਜਿਹੜਾ ਆ ਉਹ ਅੱਜ ਦੇ ਲਈ ਅਸੀਂ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਸਾਡੇ ਦਰਸ਼ਕਾਂ ਨੂੰ ਦੇ ਦਿੱਤਾ ਹੋਇਆ ਆ। ਤੇ ਆਪਾਂ ਹੁਣ ਕੱਲ ਫਿਰ ਇੱਕ ਵਾਰੀ ਇਸ ਪ੍ਰੋਗਰਾਮ ਦੇ ਵਿੱਚ ਵਾਪਸ ਆਵਾਂਗੇ, ਕਿਉਂਕਿ ਦਿਨ ਦੇ ਅੰਤ ਦੇ ਵਿੱਚ ਅਸੀਂ ਰੋਜ਼ ਇਸ ਪ੍ਰੋਗਰਾਮ ਨੂੰ ਅੱਗੇ ਕੰਟੀਨਿਊ ਕਰਾਂਗੇ ਤੇ ਜਿਹਦੇ ਵਿੱਚ ਸਾਡੇ ਐਕਸਪਰਟ ਸੁਖ ਸੋਲ ਜੀ ਦੱਸਣਗੇ ਕਿ ਅੱਜ ਦੇ ਦਿਨ ਦੀਆਂ ਗਤੀਵਿਧੀਆਂ ਕੀ ਰਹੀਆਂ ਨੇ। ਬਹੁਤ ਬਹੁਤ ਧੰਨਵਾਦ ਜੀ। ਸੋ ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਲਗਾਤਾਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਨੂੰ ਇੱਥੋਂ ਸਿੰਘੂ ਬਾਰਡਰ, ਕੁੰਡਲੀ ਬਾਰਡਰ ਦੀਆਂ ਲਾਈਵ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ। ਤੇ ਇਸ ਪ੍ਰੋਗਰਾਮ ਦਾ ਸਾਡਾ ਮਕਸਦ ਵੀ ਇਹੀ ਹੈ ਕਿ ਜਿਸ ਦੇ ਕੋਲ ਟਾਈਮ ਨਹੀਂ ਹੈ ਸਾਰਾ ਦਿਨ ਕਵਰੇਜ ਦੇਖਣ ਦਾ, ਉਹ ਇਸ ਪ੍ਰੋਗਰਾਮ ਨੂੰ ਦੇਖੇ ਤਾਂ ਕਿ ਉਸਨੂੰ ਹਰ ਇੱਕ ਦਿਨ ਦੀ ਜਿਹੜੀਆਂ ਗਤੀਵਿਧੀਆਂ ਨੇ ਉਹਨਾਂ ਦੇ ਬਾਰੇ ਪਤਾ ਲੱਗਦਾ ਰਹੇ। ਸੋ ਕੱਲ ਫਿਰ ਮਿਲਦੇ ਹਾਂ ਇਸੇ ਪ੍ਰੋਗਰਾਮ ਦੇ ਵਿੱਚ। ਤਦ ਤੱਕ ਦੇ ਲਈ ਇਜਾਜ਼ਤ ਦਿਓ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ।